ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਿਭਾਗ ਵੱਲੋਂ 6ਵੀਂ ਤੋਂ 10ਵੀਂ ਵਿੱਚ ਪੜ੍ਹਦੇ ਸਾਰੇ ਵਿਦਿਆਰਥੀਆਂ ਦਾ 4 ਸਬਜੈਕਟ ਸਾਇੰਸ, ਮੈਥ, SST ਅਤੇ ਇੰਗਲਿਸ਼ ਦਾ ਬੇਸਲਾਈਨ ਟੈਸਟ 16 ਮਈ ਤੋਂ 19 ਮਈ ਤੱਕ ਲਿਆ ਜਾਣਾ ਹੈ ਅਤੇ ਇਸ ਦੇ ਲਈ ਵਿਭਾਗ ਵੱਲੋਂ 4 ਸਬਜੈਕਟਾਂ ਦਾ ਜੋ ਸਿਲੇਬਸ ਹੈ ਉਹ ਕਲਾਸ ਵਾਈਜ਼ ਅਤੇ ਸਬਜੈਕਟ ਵਾਈਜ਼ ਜਾਰੀ ਕਰ ਦਿੱਤਾ ਗਿਆ ਹੈ। ਅਤੇ ਹੁਣ ਆਪਾਂ ਇੱਕ ਇੱਕ ਕਰਕੇ ਸਬਜੈਕਟ ਵਾਈਜ਼ ਸਾਰੀਆਂ ਹੀ ਕਲਾਸਾਂ ਦੇ ਸਿਲੇਬਸ ਬਾਰੇ ਪੜ੍ਹਦੇ ਹਾਂ ਜੀ। ਥੋੜ੍ਹਾ ਹੁਣ ਪਹਿਲਾਂ ਸਾਇੰਸ ਦਾ ਸਿਲੇਬਸ ਦੇਖ ਲੈਂਦੇ ਹਾਂ ਜੀ। 6ਵੀਂ ਕਲਾਸ ਦੇ ਵਿੱਚ ਸਾਇੰਸ ਦਾ ਜੋ ਸਿਲੇਬਸ ਆ ਰਿਹਾ ਹੈ ਉਹ ਇਸ ਤਰ੍ਹਾਂ ਹੈ ਜੀ। ਚੈਪਟਰ ਆ ਰਹੇ ਹਨ ਭੋਜਨ, ਭੋਜਨ ਦੇ ਤੱਤ ਅਤੇ ਪੌਦਿਆਂ ਨੂੰ ਜਾਣੋ। ਇੰਗਲਿਸ਼ ਵਿੱਚ ਹੈ ਜੀ ਫੂਡ, ਕੰਪੋਨੈਂਟਸ ਆਫ ਫੂਡ ਐਂਡ ਗੈਟਿੰਗ ਟੂ ਨੋ ਪਲਾਂਟਸ। 7ਵੀਂ ਦੇ ਸਾਇੰਸ ਦੇ ਸਿਲੇਬਸ ਵਿੱਚ 3 ਚੈਪਟਰ ਆ ਰਹੇ ਹਨ ਜੀ। ਪਹਿਲਾ ਹੈ ਜੀ ਪੌਦਿਆਂ ਵਿੱਚ ਪੋਸ਼ਣ, ਜੰਤੂਆਂ ਵਿੱਚ ਪੋਸ਼ਣ ਅਤੇ ਜੀਵਾਂ ਵਿੱਚ ਸਾਹ ਕਿਰਿਆ। ਨਿਊਟ੍ਰੀਸ਼ਨ ਇਨ ਪਲਾਂਟਸ, ਨਿਊਟ੍ਰੀਸ਼ਨ ਇਨ ਐਨੀਮਲਸ ਐਂਡ ਰੈਸਪੀਰੇਸ਼ਨ ਇਨ ਆਰਗੈਨਿਜ਼ਮਸ। ਸੋ 8ਵੀਂ ਕਲਾਸ ਦੇ ਵਿੱਚ ਵੀ ਜੋ ਸਾਇੰਸ ਦਾ ਸਿਲੇਬਸ ਹੈ ਉਹ 3 ਚੈਪਟਰ ਦੇ ਵਿੱਚੋਂ ਜੋ ਟੈਸਟ ਹੈ ਉਹ ਆਏਗਾ। ਪਹਿਲਾ ਹੈ ਜੀ ਫਸਲ ਉਤਪਾਦਨ ਅਤੇ ਪ੍ਰਬੰਧਨ, ਕ੍ਰੌਪ ਪ੍ਰੋਡਕਸ਼ਨ ਐਂਡ ਮੈਨੇਜਮੈਂਟ। ਦੂਸਰਾ ਹੈ ਸੂਖਸ਼ਮ ਜੀਵ, ਮਿੱਤਰ ਅਤੇ ਦੁਸ਼ਮਣ, ਮਾਈਕਰੋ ਆਰਗੈਨਿਜ਼ਮਸ ਫਰੈਂਡ ਐਂਡ ਫੋ। ਅਤੇ ਤੀਸਰਾ ਹੈ ਪੌਦਿਆਂ ਅਤੇ ਜੰਤੂਆਂ ਦਾ ਸੁਰੱਖਿਅਨ, ਕੰਜ਼ਰਵੇਸ਼ਨ ਆਫ ਪਲਾਂਟਸ ਐਂਡ ਐਨੀਮਲਸ। ਸੋ 9th ਕਲਾਸ ਵਿੱਚ ਜੋ ਟੈਸਟ ਹੈ ਉਹ 2 ਚੈਪਟਰ ਦੇ ਉੱਪਰ ਬੇਸਡ ਹੋਏਗਾ ਜੀ। ਪਹਿਲਾ ਆਪਣੇ ਕੋਲ ਹੈ ਗਤੀ, ਮੋਸ਼ਨ, ਅਤੇ ਦੂਸਰਾ ਆਪਣੇ ਕੋਲ ਚੈਪਟਰ ਹੈ ਬਲ ਅਤੇ ਗਤੀ ਦੇ ਨਿਯਮ, ਫੋਰਸ ਐਂਡ ਲਾਜ਼ ਆਫ ਮੋਸ਼ਨ। ਸੋ 10th ਵਿੱਚ ਵੀ ਆਪਣੇ ਕੋਲ ਜੋ ਟੈਸਟ ਹੈ ਉਹ 2 ਚੈਪਟਰ ਦੇ ਉੱਪਰ ਬੇਸ ਹੋਏਗਾ। ਪਹਿਲਾ ਚੈਪਟਰ ਆਪਣੇ ਕੋਲ ਆਏਗਾ ਜੀ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ, ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ। ਅਤੇ ਦੂਸਰਾ ਆਪਣੇ ਕੋਲ ਚੈਪਟਰ ਹੋਏਗਾ ਪ੍ਰਕਾਸ਼, ਪਰਾਵਰਤਨ ਅਤੇ ਅਪਵਰਤਨ, ਲਾਈਟ, ਰਿਫਲੈਕਸ਼ਨ ਐਂਡ ਰੀਫਰੈਕਸ਼ਨ। ਸੁਣਾ ਹੁਣ ਮੈਥੇਮੈਟਿਕਸ ਵਿਸ਼ੇ ਬਾਰੇ ਗੱਲ ਕਰ ਲੈਣੇ ਹਾਂ ਜੀ, ਮੈਥ ਵਿਸ਼ੇ ਬਾਰੇ। ਅਤੇ ਪਹਿਲਾਂ ਇਸ ਦੇ ਵਿੱਚ ਜੋ ਬੇਸਲਾਈਨ ਟੈਸਟ ਲਈ ਜੋ ਇੰਸਟਰਕਸ਼ਨ ਆਈਆਂ ਹਨ ਉਹਨਾਂ ਇੰਸਟਰਕਸ਼ਨ ਨੂੰ ਆਪਾਂ ਪੜ੍ਹ ਲੈਂਦੇ ਹਨ ਅਤੇ ਫਿਰ ਇਸ ਦੇ ਆਪਾਂ ਕਲਾਸ ਵਾਈਜ਼ ਦੇਖਾਂਗੇ ਕਿਸ ਕਲਾਸ ਦਾ ਕਿਹੜਾ ਸਿਲੇਬਸ ਆਉਣਾ ਹੈ ਜੀ ਪੇਪਰ ਦੇ ਵਿੱਚ, ਬੇਸਲਾਈਨ ਟੈਸਟ ਦੇ ਵਿੱਚ। ਸਭ ਤੋਂ ਪਹਿਲਾਂ ਦੇਖੋ ਆਪਣੇ ਕੋਲ ਹੈ ਜੀ ਦੇਰ ਵਿਲ ਬੀ 15 ਕੁਐਸਚਨ ਇਨ ਦਾ ਟੈਸਟ ਜੋ ਤੁਹਾਡਾ ਬੇਸਲਾਈਨ ਹੋ ਰਿਹਾ ਉਸ ਦੇ ਵਿੱਚ ਮੈਥ ਦੇ 15 ਕੁਐਸਚਨ ਪੁੱਛੇ ਜਾਣਗੇ। ਆਲ ਵਿਲ ਬੀ ਇਨ ਦਾ ਫਾਰਮ ਆਫ MCQ, ਸਾਰੇ ਹੀ ਕੁਐਸਚਨ ਜੋ ਹੈ MCQ ਹੋਣਗੇ, ਬਹੁ ਵਿਕਲਪੀ ਹੋਣਗੇ। ਹਰੇਕ ਕੁਐਸਚਨ ਦੇ ਵਿੱਚ ਤੁਹਾਨੂੰ 4 ਆਪਸ਼ਨ ਹੋਣਗੀਆਂ, ਉਹਨਾਂ 4 ਆਪਸ਼ਨ ਦੇ ਵਿੱਚੋਂ ਇੱਕ 'ਤੇ ਤੁਸੀਂ ਸਹੀ 'ਤੇ ਜੋ ਹੈ ਉਸ ਨੂੰ ਟਿਕ ਕਰਨਾ ਹੈ। ਆਲ ਕੁਐਸਚਨਸ ਆਰ ਕੰਪਲਸਰੀ, 15 ਦੇ 15 ਕੁਐਸਚਨ ਹੀ ਕੰਪਲਸਰੀ ਹਨ, ਕੋਈ ਤੁਹਾਨੂੰ ਆਪਸ਼ਨ ਨਹੀਂ ਹੈ। ਦੂਸਰਾ ਆਪਣੇ ਕੋਲ ਹੈ ਜੀ ਕੁਐਸਚਨ 1 to 10 ਵਿਲ ਬੀ ਆਫ 1 ਮਾਰਕ, ਪਹਿਲੇ ਜੋ 10 ਕੁਐਸਚਨ ਹਨ ਉਹ 1 ਨੰਬਰ ਦੇ ਹਨ ਅਤੇ 11 ਤੋਂ ਲੈ ਕੇ 15 ਤੱਕ ਜੋ ਕੁਐਸਚਨ ਹਨ ਉਹ 2 ਨੰਬਰ ਦੇ ਹਨ। ਕੁਐਸਚਨ ਕੈਨ ਬੀ ਆਸਕ ਡਾਇਰੈਕਟਲੀ ਔਰ ਇਨ ਦਾ ਫਾਰਮ ਆਫ ਵਰਡਸ ਪ੍ਰੋਬਲਮ, ਅਤੇ ਕੁਐਸਚਨ ਤੁਹਾਨੂੰ ਡਾਇਰੈਕਟਲੀ ਪੁੱਛੇ ਜਾ ਸਕਦੇ ਹਨ ਜਾਂ ਕੋਈ ਸਟੇਟਮੈਂਟ ਆਪਣੇ ਕੋਲ ਬਣੀ ਹੋ ਸਕਦੀ ਹੈ, ਇਸ ਦੇ ਤਰ੍ਹਾਂ ਵੀ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਹਨ ਜੀ। ਹਾਂਜੀ 6ਵੀਂ ਕਲਾਸ ਦੇ ਵਿੱਚ ਮੈਥ ਦਾ ਜੋ ਸਿਲੇਬਸ ਆ ਰਿਹਾ ਉਹ ਇਸ ਤਰ੍ਹਾਂ ਹੈ ਜੀ। ਬੇਸਿਕ ਆਪਰੇਸ਼ਨ ਔਨ ਹੋਲ ਨੰਬਰਸ, ਫਰੈਕਸ਼ਨਸ, ਡੈਸੀਮਲਸ, ਪਰਸੈਂਟੇਜ, ਬੇਸਿਕ 2D ਮੈਂਜੂਰੇਸ਼ਨ, ਕਨਵਰਜ਼ਨ ਆਫ ਯੂਨਿਟਸ, ਫੈਕਟਰਸ ਐਂਡ ਮਲਟੀਪਲਸ। ਅਤੇ ਪੰਜਾਬੀ ਵਿੱਚ ਇਸ ਨੂੰ ਇਸ ਤਰ੍ਹਾਂ ਪੜ੍ਹਾਂਗੇ ਮੁੱਢਲੀਆਂ ਕਿਰਿਆਵਾਂ ਦੀ ਦੁਹਰਾਈ, ਆਪਣੀਆਂ ਸੰਖਿਆਵਾਂ ਨੂੰ ਜਾਣਨਾ, ਪੂਰਨ ਸੰਖਿਆਵਾਂ ਦੇ ਬਾਰੇ, ਸੰਖਿਆਵਾਂ ਨਾਲ ਖੇਡਣਾ, ਭਿੰਨਾਂ, ਦਸ਼ਮਲਵ, ਖੇਤਰਫਲ, ਅਤੇ ਨਾਲ ਆਪਣੇ ਕੋਲ ਆਏਗਾ ਕਨਵਰਜ਼ਨ ਆਫ ਯੂਨਿਟ, ਇਸ ਨੂੰ ਆਪਾਂ ਇਕਾਈਆਂ ਨੂੰ ਬਦਲਣਾ, ਫੈਕਟਰਸ, ਮਲਟੀਪਲ ਮਤਲਬ ਗੁਣਜ ਅਤੇ ਗੁਣਨਖੰਡ। ਇਸ ਤਰ੍ਹਾਂ ਦੇ ਜੋ ਟੌਪਿਕਸ ਹਨ ਉਹ ਆਪਾਂ ਨੂੰ 6ਵੀਂ ਦੇ ਮੈਥ ਵਿੱਚ ਆਉਣਗੇ ਜੀ। 7ਵੀਂ ਦਾ ਜੋ ਮੈਥ ਦਾ ਸਿਲੇਬਸ ਉਹ ਇਸ ਤਰ੍ਹਾਂ ਹੈ ਜੀ। ਬੇਸਿਕ ਆਪਰੇਸ਼ਨਸ ਔਨ ਇੰਟੀਜਰਸ, ਫਰੈਕਸ਼ਨਸ, ਡੈਸੀਮਲਸ, ਪਰਸੈਂਟੇਜ, ਬੇਸਿਕ ਜਿਓਮੈਟਰੀਕਲ ਕੰਸੈਪਟ, ਬੇਸਿਕ 2D ਮੈਂਜੂਰੇਸ਼ਨ, ਬੇਸਿਕ ਐਲਜਬਰਾ। ਇਹ ਬੇਸਿਕ ਚੀਜ਼ਾਂ ਆਪਾਂ ਨੂੰ ਪੁੱਛੀਆਂ ਜਾਣਗੀਆਂ ਸਾਰੀਆਂ ਹੀ ਜੀ। ਸੰਪੂਰਨ ਸੰਖਿਆਵਾਂ ਬਾਰੇ ਪੁੱਛਿਆ ਜਾ ਸਕਦਾ ਹੈ, ਭਿੰਨਾਂ ਅਤੇ ਦਸ਼ਮਲਵ ਦੇ ਬਾਰੇ, ਰੇਖਾਵਾਂ ਅਤੇ ਕੋਣ ਦੇ ਬਾਰੇ, ਪ੍ਰਯੋਗਿਕ ਰੇਖਾ ਗਣਿਤ ਦੇ ਬਾਰੇ, 2 ਪਸਾਰੀ ਵਸਤੂਆਂ ਦਾ ਖੇਤਰਫਲ ਕਿਸ ਤਰ੍ਹਾਂ ਪਤਾ ਕਰਨਾ ਹੁੰਦਾ ਹੈ, ਬੀਜ ਗਣਿਤਕ ਵਿਅੰਜਕ ਦੇ ਬਾਰੇ ਪੁੱਛਿਆ ਜਾ ਸਕਦਾ ਹੈ ਜੀ। ਸੋ 8ਵੀਂ ਕਲਾਸ ਦਾ ਸਿਲੇਬਸ ਇਸ ਤਰ੍ਹਾਂ ਹੈ ਜੀ। ਬੇਸਿਕ ਆਪਰੇਸ਼ਨ ਔਨ ਰੈਸ਼ਨਲ ਨੰਬਰ, ਫਰੈਕਸ਼ਨਸ, ਡੈਸੀਮਲ, ਪਰਸੈਂਟੇਜ, ਬੇਸਿਕ ਜਿਓਮੈਟਰੀਕਲ ਕੰਸੈਪਟ, ਬੇਸਿਕ 2D ਮੈਂਜੂਰੇਸ਼ਨ, ਅਲਜਬਰਾ, ਡਿਵਿਜ਼ੀਬਿਲਟੀ ਰੂਲ, ਭਾਜਯੋਗਤਾ ਦੇ ਨਿਯਮ ਪੁੱਛੇ ਜਾ ਸਕਦੇ ਹਨ। ਪਰਮੇਯ ਸੰਖਿਆਵਾਂ ਦੇ ਬਾਰੇ ਪੁੱਛਿਆ ਜਾ ਸਕਦਾ ਹੈ, ਉਹਨਾਂ ਦਾ ਬੇਸਿਕ ਕੰਸੈਪਟ, ਭਿੰਨਾਂ, ਦਸ਼ਮਲਵ,
ਰੇਖਾਵਾਂ, ਪ੍ਰਤੀਸ਼ਤ ਬਾਰੇ, ਪ੍ਰਯੋਗਿਕ ਰੇਖਾ ਗਣਿਤ ਦੇ ਬਾਰੇ ਜਾਂ ਦੋ ਸਾਰੀ ਵਸਤੂਆਂ ਦਾ ਖੇਤਰਫਲ, ਬੀਜ ਗਣਿਤਕ ਵਿਅੰਜਕ ਜਾਂ ਭਾਜ ਯੋਗਤਾ ਦੇ ਨਿਯਮਾਂ ਬਾਰੇ ਪੁੱਛਿਆ ਜਾ ਸਕਦਾ ਹੈ ਜੀ। ਸੋ 9th ਕਲਾਸ ਦਾ ਸਿਲੇਬਸ ਇਸ ਤਰ੍ਹਾਂ ਹੈ ਜੀ। ਨੰਬਰ ਸਿਸਟਮ, ਕੋਆਰਡੀਨੇਟ ਜਿਓਮੈਟਰੀ ਦੇ ਵਿੱਚੋਂ ਕੁਐਸਚਨ ਆ ਸਕਦੇ ਹਨ। ਮੈਨਜ਼ੂਰੇਸ਼ਨ 2D ਐਂਡ 3D ਦੇ ਵਿੱਚੋਂ ਆ ਸਕਦੇ ਹਨ। ਪ੍ਰੋਬੇਬਿਲਿਟੀ, ਡਾਟਾ ਹੈਂਡਲਿੰਗ, ਐਲਜਬਰਾ, ਲਾਈਨਸ ਐਂਡ ਐਂਗਲਸ, ਕੋਆਰਡੀਨੇਟਰਸ ਦੀ ਪ੍ਰੋਪਰਟੀ 'ਤੇ ਕੁਐਸਚਨ ਪੁੱਛੇ ਜਾ ਸਕਦੇ ਹਨ। ਅਤੇ ਪੰਜਾਬੀ ਵਿੱਚ ਇਸ ਤਰ੍ਹਾਂ ਹੈ ਜੀ। ਸੰਖਿਆ ਪ੍ਰਣਾਲੀ, ਨਿਰਦੇਸ਼ ਅੰਕ ਜਮਾਇਤੀ, ਸਤਹੀ ਖੇਤਰਫਲ ਅਤੇ ਆਇਤਨ, ਸੰਭਾਵਨਾ, ਅੰਕੜਾ ਵਿਗਿਆਨ, ਰੇਖਾਵਾਂ ਅਤੇ ਕੋਣ, ਚਤੁਰਭੁਜ, ਇਹਨਾਂ ਦੇ ਵਿੱਚੋਂ ਕਿਸੇ ਬਾਰੇ ਵੀ ਜੋ ਕੁਐਸਚਨ ਹੈ ਉਹ ਪੁੱਛੇ ਜਾ ਸਕਦੇ ਹਨ। ਸੋ 10th ਕਲਾਸ ਦਾ ਸਿਲੇਬਸ ਇਸ ਤਰ੍ਹਾਂ ਹੈ ਜੀ। ਨੰਬਰ ਸਿਸਟਮ, ਕੋਆਰਡੀਨੇਟ ਜਿਓਮੈਟਰੀ ਬੇਸਿਕ, ਮੈਨਜ਼ੂਰੇਸ਼ਨ 2D 3D, ਪ੍ਰੋਬੇਬਿਲਿਟੀ, ਡਾਟਾ ਹੈਂਡਲਿੰਗ, ਐਲਜਬਰਾ, ਜਿਓਮੈਟਰੀ, ਸਟੈਟਿਸਟਿਕਸ ਐਂਡ ਪ੍ਰੋਬੇਬਿਲਿਟੀ। ਸੰਖਿਆ ਪ੍ਰਣਾਲੀ, ਨਿਰਦੇਸ਼ ਅੰਕ ਜਮਾਇਤੀ, ਸਤਹੀ ਖੇਤਰਫਲ ਐਂਡ ਆਇਤਨ, ਸੰਭਾਵਨਾ, ਅੰਕੜਾ ਵਿਗਿਆਨ, ਬੀਜ ਗਣਿਤਕ ਵਿਅੰਜਕ। ਅਤੇ ਇਹਨਾਂ ਟੌਪਿਕਸ ਦੇ ਵਿੱਚੋਂ ਕਿਸੇ ਟੌਪਿਕਸ ਤੋਂ ਵੀ ਆਪਣਾ ਨੂੰ ਕੁਐਸਚਨ ਆ ਸਕਦੇ ਹਨ ਜੀ। ਸੁਣਾਓ ਹੁਣ ਆਪਾਂ ਸਮਾਜਿਕ ਵਿਗਿਆਨ ਦਾ ਜੋ ਸਿਲੇਬਸ ਹੈ ਉਹ ਕਲਾਸ ਵਾਈਜ਼ ਦੇਖ ਲੈਂਦੇ ਹਾਂ ਜੀ। ਸਭ ਤੋਂ ਪਹਿਲਾਂ ਜੀ ਆਪਣੇ ਕੋਲ ਹੈ ਜੀ 6ਵੀਂ ਕਲਾਸ। 6ਵੀਂ ਕਲਾਸ ਦਾ ਜੋ SST ਦਾ ਹੈ ਉਹ ਦੇਖੋ ਆਪਾਂ ਨੂੰ ਕਿਸ ਤਰ੍ਹਾਂ ਟੌਪਿਕ ਦਿੱਤੇ ਹੋਏ ਹਨ। ਪਹਿਲਾਂ ਦੇਖੋ ਆਪਣੇ ਕੋਲ ਲੜੀ ਨੰਬਰ ਦਿੱਤਾ ਹੋਇਆ ਹੈ ਅਤੇ ਨਾਲ ਪ੍ਰਸ਼ਨ ਨੰਬਰ। ਹੁਣ ਇਸ ਤੋਂ ਆਪਾਂ ਨੂੰ ਸਮਝ ਲੱਗ ਰਹੀ ਹੈ ਕਿ ਟੋਟਲ ਕਿੰਨੇ ਪ੍ਰਸ਼ਨ ਆਪਣੇ ਕੋਲ ਪੇਪਰ ਦੇ ਵਿੱਚ ਆ ਰਹੇ ਹਨ। ਜੋ ਬੇਸਲਾਈਨ ਟੈਸਟ ਹੈ ਉਸ ਦੇ ਵਿੱਚ SST ਦੇ ਤੁਹਾਨੂੰ ਟੋਟਲ 20 ਪ੍ਰਸ਼ਨ ਪੁੱਛੇ ਜਾਣਗੇ। ਪਹਿਲੇ 4 ਪ੍ਰਸ਼ਨ ਭੂਗੋਲ 'ਚੋਂ ਹੋਣਗੇ ਪਹਿਲੇ ਚੈਪਟਰ ਦੇ ਵਿੱਚੋਂ। ਕੁਐਸਚਨ ਨੰਬਰ 5 ਤੋਂ ਲੈ ਕੇ 8 ਤੱਕ ਇਤਿਹਾਸ ਦੇ ਹੋਣਗੇ, ਹਿਸਟਰੀ ਦੇ। ਪਾਠ ਨੰਬਰ 7 ਦੇ ਵਿੱਚੋਂ 9 ਤੋਂ ਲੈ ਕੇ 12 ਤੱਕ ਜੋ ਪ੍ਰਸ਼ਨ ਹਨ ਉਹ ਨਾਗਰਿਕ ਸ਼ਾਸਤਰ ਦੇ ਵਿੱਚ ਹੋਣਗੇ, ਪਾਠ 18 ਦੇ ਵਿੱਚੋਂ। 13 ਤੋਂ ਲੈ ਕੇ 15 ਤੱਕ ਜੋ ਕੁਐਸਚਨ ਹਨ ਉਹ ਨਕਸ਼ਾ ਆਧਾਰਿਤ ਪ੍ਰਸ਼ਨ ਹੋਣਗੇ। ਅਤੇ ਲਾਸਟ ਆਪਣੇ ਕੋਲ 16 ਤੋਂ ਲੈ ਕੇ ਜੋ 20 ਤੱਕ ਕੁਐਸਚਨ ਹੋਣਗੇ ਉਹ ਆਮ ਗਿਆਨ ਨਾਲ ਸੰਬੰਧਿਤ ਪ੍ਰਸ਼ਨ ਹੋਣਗੇ। ਅਤੇ ਆਓ ਹੁਣ ਆਪਾਂ ਅਗਲੀਆਂ ਕਲਾਸਾਂ ਦਾ ਦੇਖਦੇ ਹਾਂ ਸਿਲੇਬਸ ਜੀ। ਇਸ ਤੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਟੋਟਲ ਆਪਣੇ ਕੋਲ ਜੋ ਸਮਾਜਿਕ ਸਿੱਖਿਆ ਹੈ SST ਹੈ ਉਸਦੇ ਤੁਹਾਨੂੰ 20 ਪ੍ਰਸ਼ਨ ਪੁੱਛੇ ਜਾਣਗੇ ਸਾਰੀਆਂ ਹੀ ਕਲਾਸਾਂ ਦੇ ਵਿੱਚ 6ਵੀਂ ਤੋਂ ਲੈ ਕੇ 10ਵੀਂ ਤੱਕ। ਇਸ ਦੇ ਵਿੱਚ ਵੀ ਦੇਖੋ ਆਪਣੇ ਕੋਲ 7ਵੀਂ ਕਲਾਸ ਦੇ ਵਿੱਚ ਵੀ ਟੋਟਲ 20 ਕੁਐਸਚਨ ਹਨ। ਪਹਿਲੇ 4 ਭੂਗੋਲ 'ਚੋਂ ਹਨ। ਕਿਹੜਾ ਸਿਲੇਬਸ ਹੈ ਉਹ ਅੱਗੇ ਲਿਖਿਆ ਹੋਇਆ ਹੈ। 5 ਤੋਂ ਲੈ ਕੇ 8 ਤੱਕ ਇਤਿਹਾਸ ਦੇ ਵਿੱਚੋਂ ਆਉਣਗੇ। ਇਤਿਹਾਸ ਦਾ ਵੀ ਤੁਹਾਨੂੰ ਸਿਲੇਬਸ ਇੱਥੇ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ 9 ਤੋਂ ਲੈ ਕੇ 11 ਤੱਕ ਨਾਗਰਿਕ ਸ਼ਾਸਤਰ ਦੇ ਵਿੱਚ ਆਉਣਗੇ, ਉਸ ਦਾ ਵੀ ਸਿਲੇਬਸ ਤੁਹਾਨੂੰ ਅੱਗੇ ਨਜ਼ਰ ਆ ਰਿਹਾ ਹੈ। ਅਤੇ 13 ਤੋਂ ਲੈ ਕੇ 15 ਤੱਕ ਨਕਸ਼ਾ ਆਧਾਰਿਤ ਪ੍ਰਸ਼ਨ ਹੋਣਗੇ ਅਤੇ 16 ਤੋਂ ਲੈ ਕੇ 20 ਤੱਕ ਆਮ ਗਿਆਨ ਨਾਲ ਸੰਬੰਧਿਤ ਪ੍ਰਸ਼ਨ ਹੋਣਗੇ। ਅਤੇ ਆ ਹੁਣ ਅਗਲੀ ਕਲਾਸ ਦੇਖਦੇ ਹਾਂ ਜੀ। 8th ਕਲਾਸ ਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਹੀ ਆਪਣੇ ਕੋਲ 20 ਕੁਐਸਚਨ ਪੁੱਛੇ ਜਾਣਗੇ ਅਤੇ ਕਿਸ ਵਿਸ਼ੇ ਦੇ ਵਿੱਚੋਂ ਕਿੰਨੇ ਕੁਐਸਚਨ ਆਉਣਗੇ ਉਹ ਤੁਹਾਨੂੰ ਸਾਰਾ ਹੀ ਸਕਰੀਨ ਦੇ ਉੱਪਰ ਨਜ਼ਰ ਆ ਰਿਹਾ ਹੈ ਜੀ। ਇਸੇ ਤਰ੍ਹਾਂ ਆਪਣੇ ਕੋਲ 9th ਕਲਾਸ ਹੈ ਜੀ। 9th ਕਲਾਸ ਦਾ ਵੀ ਸਿਲੇਬਸ ਤੁਹਾਨੂੰ ਨਜ਼ਰ ਆ ਰਿਹਾ ਹੈ। ਟੋਟਲ ਆਪਣੇ ਕੋਲ 20 ਕੁਐਸਚਨ ਹਨ ਅਤੇ ਕਿਹੜੇ ਵਿਸ਼ੇ ਦੇ ਵਿੱਚੋਂ ਕਿੰਨੇ ਕੁਐਸਚਨ ਆਪਾਂ ਨੂੰ ਆ ਰਹੇ ਹਨ ਉਹ ਸਾਹਮਣੇ ਤੁਹਾਡੇ ਲਿਖੇ ਹੋਏ ਹਨ। ਇਸ ਨੂੰ ਤੁਸੀਂ ਸਟੱਡੀ ਕਰ ਲੈਣਾ ਹੈ ਜੀ ਅੱਛੀ ਤਰ੍ਹਾਂ। 10th ਕਲਾਸ ਵਿੱਚ ਵੀ ਟੋਟਲ ਆਪਣੇ ਕੋਲ 20 ਕੁਐਸਚਨ ਪੁੱਛੇ ਜਾਣਗੇ ਅਤੇ ਕਿਹੜੇ ਚੈਪਟਰ ਦੇ ਵਿੱਚੋਂ ਕਿਸ ਤਰ੍ਹਾਂ ਕੁਐਸਚਨ ਪੁੱਛੇ ਜਾਣਗੇ ਉਹ ਤੁਹਾਨੂੰ ਨਜ਼ਰ ਆ ਰਹੇ ਹਨ। ਪਹਿਲੇ ਜੋ 3 ਕੁਐਸਚਨ ਹਨ ਉਹ ਭੂਗੋਲ ਵਿਸ਼ੇ 'ਚ ਹੋਣਗੇ। ਇਸ ਦਾ ਸਿਲੇਬਸ ਤੁਹਾਨੂੰ ਅੱਗੇ ਨਜ਼ਰ ਆ ਰਿਹਾ ਹੈ ਕਿ ਕਿਹੜੇ ਚੈਪਟਰ ਦੇ ਵਿੱਚੋਂ ਆਉਣਗੇ। ਇਸੇ ਤਰ੍ਹਾਂ 4 ਤੋਂ ਲੈ ਕੇ 6 ਤੱਕ ਜੋ ਕੁਐਸਚਨ ਹਨ ਉਹ ਅਰਥ ਸ਼ਾਸਤਰ ਦੇ ਵਿੱਚੋਂ ਆਉਣਗੇ। 9 ਤੋਂ ਲੈ ਕੇ 7 ਤੋਂ ਲੈ ਕੇ 9 ਤੱਕ ਇਤਿਹਾਸ ਵਿਸ਼ੇ 'ਚ ਹੋਣਗੇ। ਇਸੇ ਤਰ੍ਹਾਂ 10 ਤੋਂ ਲੈ ਕੇ 12 ਤੱਕ ਨਾਗਰਿਕ ਸ਼ਾਸਤਰ, 13 ਤੋਂ ਲੈ ਕੇ 15 ਤੱਕ ਨਕਸ਼ਾ ਆਧਾਰਿਤ ਪ੍ਰਸ਼ਨ ਹੋਣਗੇ ਅਤੇ 16 ਤੋਂ ਲੈ ਕੇ 20 ਤੱਕ ਆਮ ਗਿਆਨ ਦੇ ਨਾਲ ਸੰਬੰਧਿਤ ਕੁਐਸਚਨ ਹੋਣਗੇ। ਹੁਣ ਇੰਗਲਿਸ਼ ਦਾ ਸਿਲੇਬਸ ਦੇਖਦੇ ਹਾਂ ਜੀ। 6ਵੀਂ ਤੋਂ ਲੈ ਕੇ 10ਵੀਂ ਤੱਕ ਜੋ ਬੇਸਲਾਈਨ ਟੈਸਟ ਹੋ ਰਿਹਾ ਉਸ ਦੇ ਵਿੱਚ ਇੰਗਲਿਸ਼ ਦਾ ਕੀ ਸਿਲੇਬਸ ਆਏਗਾ। ਟੋਟਲ ਆਪਣੇ ਕੋਲ ਜੋ ਟੈਸਟ ਹੈ ਉਹ 20 ਨੰਬਰ ਦਾ ਹੋਏਗਾ 6ਵੀਂ ਤੋਂ ਲੈ ਕੇ 10ਵੀਂ ਤੱਕ। ਅਤੇ ਕਿਹੜੇ ਟੌਪਿਕ ਆਉਣਗੇ ਅਤੇ ਕਿੰਨੇ ਉਹਨਾਂ ਦੇ ਮਾਰਕਸ ਹੋਣਗੇ ਤੁਹਾਡੇ ਅੱਗੇ ਲਿਖੇ ਹੋਏ ਹਨ। ਪਹਿਲਾ ਟੌਪਿਕ ਆਪਣੇ ਕੋਲ ਹੈ ਜੀ ਰੀਡਿੰਗ ਕੰਪਰੀਹੈਂਸ਼ਨ ਹੋਏਗਾ ਆਪਣੇ ਕੋਲ 8 ਨੰਬਰ ਦਾ। ਉਸ ਤੋਂ ਬਾਅਦ ਗ੍ਰਾਮਰ 4 ਨੰਬਰ ਦੀ ਹੋਏਗੀ। ਵੋਕੈਬਲਰੀ 3 ਨੰਬਰ ਦੀ। ਰਾਈਟਿੰਗ 2 ਨੰਬਰ ਅਤੇ ਲਿਸਨਿੰਗ ਆਪਣੇ ਕੋਲ 3 ਨੰਬਰ। ਅਤੇ ਟੋਟਲ ਆਪਣੇ ਕੋਲ ਇੰਗਲਿਸ਼ ਦਾ 20 ਨੰਬਰ ਦਾ ਪੇਪਰ ਆਏਗਾ। ਅਤੇ ਇਹ ਸਾਰੀਆਂ ਕਲਾਸਾਂ ਲਈ ਸੇਮ ਇਸ ਦਾ ਜੋ ਪੈਟਰਨ ਹੈ ਸੇਮ ਪੈਟਰਨ 'ਤੇ ਹੀ ਆਏਗਾ ਆਪਣੇ ਕੋਲ 6ਵੀਂ ਤੋਂ ਲੈ ਕੇ 10ਵੀਂ ਤੱਕ।
ਹੋਪ ਸੁਣ ਤੁਹਾਨੂੰ ਇਹ ਜੋ ਵੀਡੀਓ ਹੈ ਉਹ ਵਧੀਆ ਲੱਗੀ ਹੋਏਗੀ। ਜੇਕਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦੇਣਾ, ਤਾਂ ਜੋ ਇਸੇ ਤਰ੍ਹਾਂ ਦੀਆਂ ਜੋ ਮੈਂ ਨੈਕਸਟ ਤੁਹਾਡੇ ਲਈ ਕੋਈ ਵੀ ਵੀਡੀਓ ਬਣਾਉਣਾ ਹਾਂ ਤਾਂ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਧੰਨਵਾਦ।